Kanchan Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 559ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀਂ ਅਸੀਂ ਮਾਇਆ ਮੋਹ ਦੇ ਬਾਰੇ ਵਿੱਚ ਇੱਕ ਨਵੀਂ ਗੱਲ ਜਾਣਾਂਗੇ ਅਤੇ ਨਾਲ ਹੀ ਬ੍ਰਹਮਾ, ਸ਼ਿਵ ਜੀ ਅਤੇ ਕ੍ਰਿਸ਼ਨ ਜੀ ਬਾਰੇ ਕੁਝ ਗੱਲਾਂ ਸਮਝਾਂਗੇ। ਆਓ ਸ਼ੁਰੂ ਕਰੀਏ। ਵਡਹੰਸ ਮਹਿਲਾ ਤੀਜਾ, ਮਾਇਆ ਮੋਹ ਗੁਬਾਰ ਹੈ, ਗੁਰ ਬਿਨ ਗਿਆਨ ਨਾ ਹੋਈ, ਸ਼ਬਦ ਲੱਗੇ ਤਿਨ ਬੁਝਿਆ, ਦੂਜੈ ਭਰਜ ਵਿਗੋਈ। ਮਾਇਆ ਦਾ ਮੋਹ ਮਾਨੋ ਘੁੱਪ ਹਨੇਰਾ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਸ ਘੁੱਪ ਹਨੇਰੇ ਵਿੱਚੋਂ ਆਤਮਿਕ ਜੀਵਨ ਦੀ ਸੂਝ ਨਹੀਂ ਪੈ ਸਕਦੀ। ਜੋ ਨਵੀਂ ਗੱਲ ਜਾਣਨ ਵਾਲੀ ਹੈ ਉਹ ਇਹ ਕਿ ਮਾਇਆ ਦਾ ਮੋਹ ਘੁੱਪ ਹਨੇਰਾ ਹੈ ਆਤਮਿਕ ਜੀਵਨ ਦੇ ਰਸਤੇ ਵਿੱਚ। ਜੇਕਰ ਤੁਸੀਂ ਆਤਮਿਕ ਜੀਵਨ ਨੂੰ ਮਹੱਤਵ ਨਹੀਂ ਦਿੰਦੇ, ਸਿਰਫ ਤੇ ਸਿਰਫ ਸਰੀਰਕ ਸੁੱਖ ਸਹੂਲਤਾਂ ਤੱਕ ਹੀ ਤੁਹਾਡੀ ਸੋਚ ਸੀਮਤ ਹੈ, ਤਾਂ ਤੁਹਾਡੇ ਲਈ ਮਾਇਕ ਮੋਹ ਹਨੇਰਾ ਨਹੀਂ ਹੈ। ਤੁਹਾਡੇ ਲਈ ਤੇ ਫਿਰ ਮਾਇਕ ਮੋਹ ਹੀ ਸਭ ਕੁਝ ਹੈ। ਮਾਇਆ ਦੇ ਨਾਲ ਮੋਹ ਹੋਏਗਾ ਤਾਂ ਹੀ ਮਾਇਆ ਕਮਾਓਗੇ ਅਤੇ ਤਾਂ ਹੀ ਉਹ ਸਰੀਰਕ ਸੁੱਖ ਸਹੂਲਤਾਂ ਹਾਸਲ ਕਰੋਗੇ। ਪਰ ਜੇਕਰ ਤੁਸੀਂ ਆਤਮਿਕ ਜੀਵਨ ਨੂੰ ਮਹੱਤਵ ਦਿੰਦੇ ਹੋ, ਜੇਕਰ ਤੁਸੀਂ ਆਤਮਿਕ ਤੌਰ 'ਤੇ ਸੁੱਖ ਅਤੇ ਸ਼ਾਂਤੀ ਲੋਚਦੇ ਹੋ ਅਤੇ ਉਸ ਰਸਤੇ 'ਤੇ ਚੱਲਣਾ ਚਾਹੁੰਦੇ ਹੋ, ਤਾਂ ਉਸ ਆਤਮਿਕ ਜੀਵਨ ਦੇ ਰਸਤੇ ਉੱਪਰ ਮਾਇਆ ਮੋਹ ਹਨੇਰਾ ਹੈ, ਹਨੇਰਾ ਫੈਲਾਉਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਹੀ ਉਸ ਹਨੇਰੇ ਤੋਂ ਬਚਿਆ ਜਾਂਦਾ ਹੈ, ਆਤਮਿਕ ਜੀਵਨ ਦੀ ਸੂਝ ਪੈਂਦੀ ਹੈ। ਇਹ ਵੀ ਗੱਲ ਸੋਚਣ ਵਾਲੀ ਹੈ ਕਿ ਜਦ ਤੱਕ ਮਨੁੱਖ ਗੁਰੂ ਦੀ ਸ਼ਰਨ ਨਹੀਂ ਪਿਆ, ਉਹਨੂੰ ਆਤਮਿਕ ਜੀਵਨ ਦੀ ਸੂਝ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਕਿ ਆਤਮਿਕ ਜੀਵਨ ਹੁੰਦਾ ਕੀ ਹੈ। ਆਤਮਿਕ ਜੀਵਨ ਅਤੇ ਸਰੀਰਕ ਜੀਵਨ ਦੇ ਵਿੱਚ ਫਰਕ ਕੀ ਹੈ। ਸਰੀਰਕ ਸੁੱਖ ਸਹੂਲਤਾਂ ਅਤੇ ਆਤਮਿਕ ਤੌਰ 'ਤੇ ਮਾਣੇ ਜਾਣ ਵਾਲੇ ਸੁੱਖ ਦੇ ਵਿੱਚ ਫਰਕ ਕੀ ਹੈ। ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਫਿਰ ਹੀ ਸਾਨੂੰ ਆਤਮਿਕ ਜੀਵਨ ਦੀ ਮਹੱਤਤਾ ਦਾ ਪਤਾ ਲੱਗਦਾ ਹੈ ਅਤੇ ਫਿਰ ਹੀ ਅਸੀਂ ਮਾਇਕ ਮੋਹ ਦੇ ਜਾਲ ਵਿੱਚੋਂ ਬਾਹਰ ਨਿਕਲਣ ਦੇ ਯਤਨ ਕਰਦੇ ਹਾਂ। ਅੱਗੇ ਚੱਲੀਏ। ਮਨ ਮੇਰੇ ਗੁਰਮਤਿ ਕਰਨੀ ਸਾਰ, ਸਦਾ ਸਦਾ ਹਰਿ ਪ੍ਰਭ ਰਵੈ, ਤਾਂ ਪਾਵੈ ਮੋਖ ਦੁਆਰ। ਰਹਾਉ। ਹੇ ਮੇਰੇ ਮਨ, ਗੁਰੂ ਦੀ ਮੱਤ ਲੈ ਕੇ ਜੀਵਨ ਚਾਲ ਚੱਲ। ਜੇ ਤੂੰ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੇ ਤਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਦਾ ਰਸਤਾ ਲੱਭ ਲਏਗਾ। ਗੁਣਾ ਕਾ ਨਿਧਾਨ ਏਕ ਹੈ, ਆਪੇ ਦੇ ਤਾਕੋ ਪਾਏ, ਬਿਨ ਨਾਵੈ ਸਭ ਵਿਛੁੜੀ, ਗੁਰ ਕੈ ਸ਼ਬਦ ਮਿਲਾਏ। ਹੇ ਭਾਈ, ਇੱਕ ਹਰੀ ਨਾਮ ਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ, ਪਰ ਇਸ ਖਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ, ਆਪੇ ਦੇ ਤਾਕੋ ਪਾਏ। ਜਦੋਂ ਪ੍ਰਭੂ ਆਪ ਹੀ ਇਹ ਨਾਮ ਖਜ਼ਾਨੇ ਦੀ ਦਾਤ ਕਿਸੇ ਨੂੰ ਬਖਸ਼ੇ ਤਾਂ ਉਸ ਨੂੰ ਹੀ ਇਹ ਦਾਤ ਹਾਸਲ ਹੁੰਦੀ ਹੈ। ਬਿਨ ਨਾਮੈ ਸਭ ਵਿਛੁੜੀ। ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜੋ ਸ੍ਰਿਸ਼ਟੀ ਹੈ ਪ੍ਰਮਾਤਮਾ ਨਾਲੋਂ ਵਿਛੜੀ ਰਹਿੰਦੀ ਹੈ। ਗੁਰ ਕਾ ਸ਼ਬਦ ਮਿਲਾਏ। ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪ੍ਰਭੂ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ। ਮਾਇਕ ਮੋਹ ਦੇ ਬੰਧਨਾਂ ਵਿੱਚ ਫਸੀ ਹੋਈ ਇਹ ਸ੍ਰਿਸ਼ਟੀ ਪ੍ਰਮਾਤਮਾ ਨਾਲੋਂ ਵਿਛੜੀ ਰਹਿੰਦੀ ਹੈ ਅਤੇ ਇਸ ਵਿਛੋੜੇ ਨੂੰ ਖਤਮ ਕਰਨ ਵਾਲਾ ਅਤੇ ਨਾਮ ਦੇ ਖਜ਼ਾਨੇ ਦੀ ਦਾਤ ਬਖਸ਼ਣ ਵਾਲਾ ਉਹ ਪ੍ਰਮਾਤਮਾ ਆਪ ਹੈ। ਕਿਸ ਨੂੰ ਇਹ ਦਾਤ ਬਖਸ਼ਣੀ ਹੈ, ਕਿਸ ਨੂੰ ਨਹੀਂ ਬਖਸ਼ਣੀ, ਇਹ ਫੈਸਲਾ ਪ੍ਰਭੂ ਆਪ ਕਰਦਾ ਹੈ। ਪਰ ਜਿਸ ਨੂੰ ਵੀ ਬਖਸ਼ਣੀ ਹੈ ਉਹਦਾ ਵਿਛੋੜਾ ਖਤਮ ਕਰਨਾ ਹੈ ਅਤੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਜੋੜਨਾ ਹੈ ਅਤੇ ਉਹਦੇ ਸਾਧਨ ਵੀ ਪ੍ਰਮਾਤਮਾ ਨੇ ਤਿਆਰ ਕੀਤੇ ਨੇ। ਉਹ ਸਾਧਨ ਹੈ ਗੁਰੂ।
ਜਿਹਦਾ ਵਿਛੋੜਾ ਪ੍ਰਭੂ ਨੇ ਖਤਮ ਕਰਨਾ ਹੋਵੇ ਉਹਨੂੰ ਪ੍ਰਮਾਤਮਾ ਚੰਗੀ ਮੱਤ ਦੇ ਕੇ ਗੁਰੂ ਦੇ ਲੜ ਲਾਉਂਦਾ ਹੈ ਅਤੇ ਬਾਕੀ ਦਾ ਕੰਮ ਗੁਰੂ ਆਪੇ ਹੀ ਕਰ ਦਿੰਦਾ ਹੈ। ਪ੍ਰਮਾਤਮਾ ਦੇ ਬਾਰੇ 'ਚ ਉਸ ਇਨਸਾਨ ਨੂੰ ਦੱਸਦਾ ਹੈ, ਉਹਦੀ ਸੋਝੀ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਪਿਆਰ ਜਗਾਉਂਦਾ ਹੈ। ਜਦੋਂ ਗੁਰੂ ਦੇ ਲੜ ਲੱਗ ਗਏ ਤੇ ਪ੍ਰਮਾਤਮਾ ਨਾਲੋਂ ਦੂਰੀ ਮਿਟਣੀ ਸ਼ੁਰੂ ਹੋ ਜਾਂਦੀ ਹੈ। ਇੱਕ ਦਿਨ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਾਂ। ਮੇਰੀ ਮੇਰੀ ਕਰਦੇ ਘਟ ਗਏ, ਤਿਨਾ ਹੱਥ ਕਿਹੋ ਨਾ ਆਇਆ। ਸਤਿਗੁਰ ਮਿਲਿਆ ਸੱਚ ਮਿਲੇ, ਸੱਚ ਨਾਮ ਸਮਾਇਆ। ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰਕੇ ਜੀਵ ਆਤਮਿਕ ਜੀਵਨ ਵਿੱਚ ਕਮਜ਼ੋਰ ਹੁੰਦੇ ਰਹਿੰਦੇ ਹਨ। ਆਤਮਿਕ ਜੀਵਨ ਦੇ ਸਰਮਾਏ ਵਿੱਚੋਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ, ਪਰ ਜੇ ਗੁਰੂ ਮਿਲ ਪਏ ਤਾਂ ਜੀਵ ਸਦਾ ਥਿਰ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ, ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਆਸਾ ਮਨਸ਼ਾ ਇਹੋ ਸਰੀਰ ਹੈ, ਅੰਤਰ ਜੋਤ ਜਗਾਏ। ਨਾਨਕ ਮਨ ਮੁਖ ਬੰਦ ਹੈ, ਗੁਰਮੁਖ ਮੁਕਤ ਕਰਾਏ। ਹੇ ਭਾਈ, ਮਨੁੱਖ ਦਾ ਇਹ ਸਰੀਰ ਆਸਾ ਤੇ ਮਨਸ਼ਾ ਨਾਲ ਬੱਝਾ ਰਹਿੰਦਾ ਹੈ। ਗੁਰੂ ਇਸ ਦੇ ਅੰਦਰ ਆਤਮਿਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ। ਹੇ ਨਾਨਕ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿੱਚ ਆਸਾ ਮਨਸ਼ਾ ਦੀ ਰੋਕ ਪਈ ਰਹਿੰਦੀ ਹੈ। ਨਾਨਕ, ਮਨਮੁਖ ਬੰਧ ਹੈ। ਜੋ ਮਨਮੁਖ ਹੈ ਉਹ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ। ਗੁਰਮੁਖ ਮੁਕਤ ਕਰਾਏ। ਅਤੇ ਜੋ ਗੁਰੂ ਦੀ ਸ਼ਰਨ ਪੈ ਗਿਆ ਉਹ ਇਹਨਾਂ ਬੰਧਨਾਂ ਤੋਂ ਮੁਕਤ ਹੋ ਗਿਆ। ਉਸ ਨੂੰ ਆਸਾ ਮਨਸ਼ਾ ਤੋਂ ਖਲਾਸੀ ਮਿਲ ਗਈ। ਵਡ ਹੰਸ ਮਹਿਲਾ ਤੀਜਾ, ਸੁਹਾਗਣੀ ਸਦਾ ਮੁਖ ਉਜਲਾ। ਗੁਰ ਕੈ ਸਹਿਜ ਸੁਭਾਏ, ਸਦਾ ਪਿਰ ਰਾਵੈ ਆਪਣਾ। ਵਿੱਚੋਂ ਆਪ ਗਵਾਏ। ਹੇ ਭਾਈ, ਪ੍ਰਭੂ ਪਤੀ ਨੂੰ ਸਿਰ ਉੱਤੇ ਜਿਉਂਦਾ ਜਾਗਦਾ ਜਾਣਨ ਵਾਲੀਆਂ ਜੀਵ ਇਸਤਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਉਹ ਆਤਮਿਕ ਅਡੋਲਤਾ ਵਿੱਚ ਤੇ ਪ੍ਰਭੂ ਪ੍ਰੇਮ ਵਿੱਚ ਟਿਕੀਆਂ ਰਹਿੰਦੀਆਂ ਹਨ। ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਸਦਾ ਆਪਣੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਸੰਭਾਲੀ ਰੱਖਦੀਆਂ ਹਨ। ਮੇਰੇ ਮਨ ਤੂੰ ਹਰ ਹਰ ਨਾਮ ਧਿਆਏ, ਸਤਿਗੁਰ ਮੋਹ ਕੋ ਹਰ ਦੀਆ ਬੁਝਾਏ। ਰਹਾਉ। ਹੇ ਮੇਰੇ ਮਨ, ਤੂੰ ਸਦਾ ਹਰ ਨਾਮ ਸਿਮਰਦਾ ਰਹਿ। ਗੁਰੂ ਨੇ ਮੈਨੂੰ ਹਰ ਨਾਮ ਸਿਮਰਨ ਦੀ ਸੂਝ ਦੇ ਦਿੱਤੀ ਹੈ। ਦੁਹਾਗਣੀ ਖਰੀਆਂ ਵਿਲ ਲਾਂਦੀਆਂ, ਤਿਨਾ ਮਹਲ ਨਾ ਪਾਏ। ਦੂਜੈ ਭਾਏ ਇੱਕ ਰੂਪੀ ਦੁਖ, ਪਾਵੈ ਆਗੈ ਜਾਏ। ਪਰ ਜੋ ਛੁੱਟੜ ਜੀਵ ਇਸਤਰੀਆਂ ਹਨ ਉਹ ਬਹੁਤ ਦੁਖੀ ਰਹਿੰਦੀਆਂ ਹਨ। ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ। ਮਾਇਆ ਦੇ ਮੋਹ ਵਿੱਚ ਗਲਤਾਨ ਰਹਿਣ ਕਰਕੇ ਉਹ ਕੋਝੇ ਆਤਮਿਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ। ਇੱਥੇ ਤੇ ਦੁੱਖ ਸਹਾਰਦੀਆਂ ਹੀ ਨੇ, ਪਰਲੋਕ ਵਿੱਚ ਜਾ ਕੇ ਵੀ ਉਹ ਦੁੱਖ ਹੀ ਸਹਾਰਦੀਆਂ ਹਨ। ਗੁਣਵੰਤੀ ਨਿਤ ਗੁਣ ਰਵੈ, ਹਿਰਦੈ ਨਾਮ ਵਸਾਏ। ਔਗੁਣਵੰਤੀ ਕਾਮਣੀ, ਦੁੱਖ ਲਾਗੈ ਬਿਲ ਲਾਏ। ਗੁਣਾਂ ਵਾਲੀ ਜੀਵ ਇਸਤਰੀ ਆਪਣੇ ਹਿਰਦੇ ਵਿੱਚ ਪ੍ਰਭੂ ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ। ਪਰ ਔਗੁਣਾ ਭਰੀ ਜੀਵ ਇਸਤਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ। ਉਹ ਸਦਾ ਵਿਲਕਦੀ ਰਹਿੰਦੀ ਹੈ। ਸਭਨਾ ਕਾ ਪਤਾਰ ਏਕ ਹੈ ਸੁਆਮੀ, ਕਹਿਣਾ ਕਿਛੂ ਨਾ ਜਾਏ। ਨਾਨਕ ਆਪੇ ਵੇਖ ਕੀਤੀਆਂ, ਨਾਮੇ ਲਈਨ ਲਾਏ। ਵੇਖ ਤੋਂ ਭਾਵ ਹੈ ਵੱਖ ਵੱਖ ਸੁਭਾਅ ਵਾਲੇ। ਇਹ ਅਚਰਜ ਖੇਡ ਉਸ ਪ੍ਰਮਾਤਮਾ ਨੇ ਬਣਾਈ ਹੈ, ਅਸੀਂ ਕੁਝ ਨਹੀਂ ਕਹਿ ਸਕਦੇ।
ਕੋਈ ਸੁਹਾਗਣਾ ਹਨ, ਕੋਈ ਦੁਹਾਗਣਾ ਹਨ, ਪਰ ਸਭਨਾਂ ਦਾ ਖਸਮ ਇੱਕ ਪਰਮਾਤਮਾ ਹੈ, ਇੱਕ ਮਾਲਕ ਪ੍ਰਭੂ ਹੈ। ਹੇ ਨਾਨਕ, ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵੱਖ-ਵੱਖ ਸੁਭਾਅ ਵਾਲੇ ਬਣਾ ਦਿੱਤਾ ਹੈ। ਉਸਨੇ ਆਪ ਹੀ ਜੀਵ ਆਪਣੇ ਨਾਮ ਵਿੱਚ ਜੋੜੇ ਹੋਏ ਹਨ। ਵਡਹੰਸ ਮਹਿਲਾ ਤੀਜਾ, ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ, ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਉ ਮਨ ਵਸਾਇਆ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਸਦਾ ਮਿੱਠਾ ਲੱਗਣ ਲੱਗ ਪਿਆ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ ਹਰ ਨਾਮ ਦਾ ਸਵਾਦ ਆਉਣ ਲੱਗ ਪਿਆ। ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀਂ ਆਤਮਿਕ ਅਡੋਲਤਾ ਦੇ ਵਿੱਚ ਉਹਦੀ ਲੀਨਤਾ ਹੋ ਗਈ। ਉਸਨੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਪਰੋ ਲਿਆ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੈ ਸਤਿਗੁਰ ਹਰ ਨਾਮ ਧਿਆਇਆ। ਰਹਾਉ। ਹੇ ਭਾਈ, ਪਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਗੁਰੂ ਮਿਲਾ ਦਿੱਤਾ, ਉਸਨੇ ਪੂਰੇ ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ। ਜੋ ਆਪਾਂ ਗੱਲ ਪਹਿਲਾਂ ਕੀਤੀ ਕਿ ਪਰਮਾਤਮਾ ਦਾ ਨਾਮ ਸਿਮਰਨ ਤੱਕ ਜਦੋਂ ਅਸੀਂ ਪਹੁੰਚਣਾ ਹੈ ਤੇ ਗੁਰੂ ਦੇ ਰਾਹੀਂ ਹੀ ਪਹੁੰਚਿਆ ਜਾਣਾ ਹੈ। ਅੱਗੇ ਗੁਰੂ ਸਾਹਿਬ ਗੱਲ ਕਰਦੇ ਹਨ ਬ੍ਰਹਮਾ ਦੀ, ਮਹਾਦੇਵ ਦੀ ਤੇ ਸ਼੍ਰੀ ਕ੍ਰਿਸ਼ਨ ਦੀ। ਬ੍ਰਹਮੈ ਵੇਦ ਬਾਣੀ ਪ੍ਰਗਾਸੀ, ਮਾਇਆ ਮੋਹ ਪਸਾਰਾ, ਮਹਾਦੇਵ ਗਿਆਨੀ ਵਰਤੈ, ਕਰ ਆਪਣੇ ਤਾਮਸ ਬਹੁਤ ਹੰਕਾਰਾ। ਕਹਿੰਦੇ ਹਨ ਕਿ ਬ੍ਰਹਮਾ ਨੇ ਵੇਦਾਂ ਦੀ ਬਾਣੀ ਪ੍ਰਗਟ ਕੀਤੀ। ਉਸ ਬਾਣੀ ਦੇ ਵਿੱਚ ਗਿਆਨ ਹੈ। ਗੁਰੂ ਸਾਹਿਬ ਸਵਾਲ ਉਠਾਉਂਦੇ ਹਨ ਕਿ ਉਸ ਗਿਆਨ ਦਾ ਕੀ ਫਾਇਦਾ, ਜਦੋਂ ਉਸ ਬ੍ਰਹਮਾ ਨੇ ਆਪ ਹੀ ਇਹ ਮਾਇਆ ਮੋਹ ਦਾ ਖਿਲਾਰਾ ਖਿਲਾਰਿਆ। ਬ੍ਰਹਮਾ ਨੂੰ ਰਚਨਹਾਰਾ ਮੰਨਿਆ ਜਾਂਦਾ ਹੈ, ਕ੍ਰੀਏਟਰ ਕਿਹਾ ਜਾਂਦਾ ਹੈ ਕਿ ਉਸਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ। ਤੇ ਫਿਰ ਇਸ ਸੰਸਾਰ ਦੀ ਰਚਨਾ ਦੇ ਵਿੱਚ ਮਾਇਕ ਮੋਹ ਦਾ ਖਿਲਾਰਾ ਹੈ। ਇਹ ਕਿਉਂ ਹੈ? ਜਿਨ੍ਹਾਂ ਵੇਦਾਂ ਦੇ ਵਿੱਚ ਮਾਇਕ ਮੋਹ ਤੋਂ ਮੁਕਤ ਹੋਣ ਦੀ ਗੱਲ ਕੀਤੀ ਗਈ ਹੈ, ਫਿਰ ਉਹਨਾਂ ਵੇਦਾਂ ਦੇ ਰਚਨਹਾਰੇ ਨੇ ਇਹ ਮਾਇਕ ਮੋਹ ਦਾ ਖਿਲਾਰਾ ਖਿਲਾਰਿਆ ਹੀ ਕਿਉਂ? ਅੱਗੇ ਗੁਰੂ ਸਾਹਿਬ ਮਹਾਦੇਵ ਦੀ ਗੱਲ ਕਰਦੇ ਹਨ ਕਿ ਮਹਾਦੇਵ ਗਿਆਨੀ ਵਰਤੈ, ਘਰ ਆਪਣੈ ਤਾਮਸ ਬਹੁਤ ਅਹੰਕਾਰਾ। ਮਹਾਦੇਵ ਆਤਮਿਕ ਜੀਵਨ ਦੀ ਸੂਝ ਵਾਲਾ ਹੈ, ਗਿਆਨਵਾਨ ਹੈ, ਆਪਣੇ ਹਿਰਦੇ ਘਰ ਵਿੱਚ ਮਸਤ ਰਹਿੰਦਾ ਹੈ, ਪਰ ਉਹਦੇ ਅੰਦਰ ਵੀ ਬੜਾ ਕ੍ਰੋਧ ਤੇ ਅਹੰਕਾਰ ਦੱਸੀਦਾ ਹੈ, ਜਿਹੜੇ ਕਿ ਔਗਣ ਹਨ। ਕਿਸ਼ਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ, ਗੁਰਮੁਖ ਗਿਆਨ ਰਤੇ ਜੁਗ ਅੰਤਰ, ਚੂਕੈ ਮੋਹ ਗੁਬਾਰਾ। ਜੋ ਵਿਸ਼ਨੂੰ ਹੈ ਸਦਾ ਅਵਤਾਰ ਧਾਰਨ ਵਿੱਚ ਰੁੱਝਾ ਹੋਇਆ ਹੈ। ਇਹ ਦੱਸਿਆ ਜਾ ਰਿਹਾ ਹੈ। ਦੱਸੋ, ਕਹਿੰਦੇ, ਜਗਤ ਕਿਸ ਦੇ ਚਰਨੀ ਲੱਗ ਕੇ ਸੰਸਾਰ ਸਾਗਰ ਤੋਂ ਪਾਰ ਲੰਘੀ। ਤਿੰਨ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਪਰਮਾਤਮਾ ਜਾਂ ਪਰਮਾਤਮਾ ਦੇ ਅਵਤਾਰ ਮੰਨਿਆ ਜਾਂਦਾ ਹੈ, ਤਿੰਨਾਂ ਦੇ ਉੱਪਰ ਗੁਰੂ ਸਾਹਿਬ ਸਵਾਲ ਉਠਾਉਂਦੇ ਹਨ। ਕਹਿੰਦੇ, ਕਿਹਦੇ ਲੜ ਲੱਗ ਕੇ ਇਹ ਸੰਸਾਰ ਤਰੇ? ਉਹਨਾਂ ਤਿੰਨਾਂ ਦੇ ਵਿੱਚ ਹੀ ਔਗੁਣ ਹਨ। ਜਿਹੜੇ ਮਨੁੱਖ ਜਗਤ ਵਿੱਚ ਗੁਰੂ ਦੀ ਸ਼ਰਨ ਪੈ ਕੇ ਗੁਰੂ ਤੋਂ ਮਿਲੇ ਆਤਮ ਗਿਆਨ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ। ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ, ਸਾਚੈ ਨਾਏ ਰਤੇ ਬੈਰਾਗੀ, ਪਾਇਨ ਮੋਖ ਦੁਆਰਾ। ਹੇ ਭਾਈ, ਗੁਰੂ ਦੀ ਦੱਸੀ ਸੇਵਾ ਭਗਤੀ ਦੀ ਬਰਕਤ ਨਾਲ ਹੀ ਪਾਰ ਉਤਾਰਾ ਹੁੰਦਾ ਹੈ। ਗੁਰੂ ਦੀ ਸ਼ਰਨ ਪੈ ਕੇ ਹੀ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ। ਗੁਰੂ ਦੇ ਰਾਹੀਂ
ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ। ਸੱਚ ਹੈ ਨਾਏ ਰਤੇ ਬੈਰਾਗੀ, ਪਾਇਨ ਮੋਖ ਦੁਆਰਾ। ਏਕੋ ਸੱਚ ਵਰਤੈ ਸਭ ਅੰਤਰ, ਸਭਨਾ ਕਰੇ ਪ੍ਰਤਪਾਲਾ। ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਇਆਲਾ। ਇਹ ਭਾਈ, ਜਦੋਂ ਅਸੀਂ ਗੁਰੂ ਦੀ ਸ਼ਰਨ ਪੈ ਜਾਂਦੇ ਹਾਂ ਤਾਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਇੱਕ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਵਸਦਾ ਹੈ। ਸਭ ਜੀਵਾਂ ਦੀ ਪਾਲਣਾ ਉਹ ਇੱਕ ਪ੍ਰਮਾਤਮਾ ਹੀ ਕਰਦਾ ਹੈ। ਹੇ ਨਾਨਕ ਆਖੋ, ਇੱਕ ਪ੍ਰਮਾਤਮਾ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦਾ। ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ ਭਰਨਾ ਹੈ। ਵਡ ਹੰਸ ਮਹਿਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲੱਗੈ ਧਿਆਨ। ਇਹ ਭਾਈ, ਗੁਰੂ ਦੀ ਸ਼ਰਨ ਪੈ ਕੇ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਸਹੀ ਯਤਨ ਹੈ। ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਈਏ, ਪ੍ਰਭੂ ਦੇ ਨਾਮ ਸਿਮਰਨ ਦੇ ਵਿੱਚ ਰੁੱਝ ਜਾਈਏ, ਸਾਡੀ ਸੋਝੀ ਹੀ ਪਵਿੱਤਰ ਹੋ ਜਾਂਦੀ ਹੈ। ਮੰਦੇ ਖਿਆਲਾਤ ਸਾਡੇ ਜੀਵਨ ਦਾ ਹਿੱਸਾ ਰਹਿੰਦੇ ਹੀ ਨਹੀਂ। ਸਾਨੂੰ ਆਪਣੇ ਆਪ ਨੂੰ ਜ਼ੋਰ ਪਾ ਕੇ ਰੋਕਣ ਦੀ ਲੋੜ ਹੀ ਨਹੀਂ ਪੈਂਦੀ। ਸਾਡੇ ਇੰਦਰੇ ਆਪਣੇ ਆਪ ਹੀ ਵਸ ਵਿੱਚ ਹੋ ਜਾਂਦੇ ਨੇ। ਇਸੇ ਕਰਕੇ ਹੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਹੀ ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਸਹੀ ਯਤਨ ਹੈ ਤੇ ਆਤਮਿਕ ਜੀਵਨ ਦੀ ਸੂਝ ਦਾ ਇਹ ਮੂਲ ਹੈ, ਮੁੱਢ ਹੈ। ਗੁਰੂ ਦੀ ਸ਼ਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਸੁਰਤ ਜੁੜੀ ਰਹਿੰਦੀ ਹੈ। ਗੁਰਮੁਖ ਮਨ ਮੇਰੇ ਨਾਮ ਸਮਾਲ, ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ। ਹੇ ਮੇਰੇ ਮਨ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿ। ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ, ਸਦਾ ਤੇਰਾ ਸਾਥ ਨਿਭਾਉਣ ਵਾਲਾ ਹੈ। ਗੁਰਮੁਖ ਜਾਤ ਪਤ ਸੱਚ ਸੋਏ, ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਉਸ ਸਦਾ ਥਿਰ ਹਰੀ ਦਾ ਨਾਮ ਸਿਮਰਨ ਹੀ ਉੱਚੀ ਜਾਤ ਤੇ ਉੱਚੀ ਕੁੱਲ ਦਾ ਮੂਲ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵਸਦਾ ਹੈ ਤੇ ਪਰਮਾਤਮਾ ਉਹਦਾ ਸਦਾ ਦਾ ਸਾਥੀ ਬਣ ਜਾਂਦਾ ਹੈ। ਗੁਰਮੁਖ ਜਿਸਨੋ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ। ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਇਸ ਯੋਗ ਬਣਾਵੇ। ਉਹ ਪ੍ਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰਕੇ ਇੱਜ਼ਤ ਬਖਸ਼ਦਾ ਹੈ। ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰਹਿ ਸਾਧਾਰ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹਿਰਦੇ ਵਿੱਚ ਸੰਭਾਲ, ਇਹੀ ਕਰਨਯੋਗ ਕੰਮ ਹੈ, ਸ੍ਰੇਸ਼ਟ ਕਰਨੀ ਹੈ। ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਿਵਾਰ ਵਾਸਤੇ ਵੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 559ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਗੁਰਬਾਣੀ ਦੇ ਰਾਹੀਂ ਅਸੀਂ ਆਤਮਿਕ ਜੀਵਨ ਅਤੇ ਸਰੀਰਕ ਜੀਵਨ ਦੇ ਵਿਚਲਾ ਫਰਕ ਜਾਣਿਆ, ਆਤਮਿਕ ਸੁੱਖ ਅਤੇ ਸਰੀਰਕ ਸੁੱਖ ਦੇ ਵਿਚਲਾ ਫਰਕ ਜਾਣਿਆ ਤੇ ਨਾਲ ਹੀ ਗੁਰੂ ਸਾਹਿਬ ਨੇ ਬ੍ਰਹਮਾ, ਮਹਾਦੇਵ ਅਤੇ ਕ੍ਰਿਸ਼ਨ ਜੀ ਦੇ ਉੱਪਰ ਕੀ ਸਵਾਲ ਉਠਾਏ ਨੇ ਇਹ ਵੀ ਅਸੀਂ ਜਾਣੇ। ਉਮੀਦ ਕਰਦੇ ਹਾਂ ਅੱਜ ਦੀ ਗੁਰਬਾਣੀ ਵਿੱਚੋਂ ਤੁਹਾਨੂੰ ਜ਼ਰੂਰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਜੇ ਚੰਗੇ ਲੱਗੀ ਹੋਵੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।